लेटरल ट्रायंगल दे आ एंगल 60 ਸੀਗੇ, बाइसेक्टर ਨਾਲ 30 30 आ गए ਤੇ ਆ ਮੇਰਾ 120 आ गया, ठीक है ना। सो इथे एंगल अपने को 120 डिग्री ਤੇ cos 120 डिग्री आ गया। ਇਹਨੂੰ ਫਰਦਰ ਵੈਲਿਊ ਭਰਨ ਤੋਂ ਪਹਿਲਾਂ ਇਹ ਚ ਇੱਕ ਹੋਰ ਚੀਜ਼ ਦਿਮਾਗ ਚ ਲਾ ਲਓ, ਜੇ ਮੈਂ FA ਦੀ ਸਟਰੈਂਥ ਮੇਜਰ ਕਰਾਂ, FB ਕੱਢਾਂ, FC ਕੱਢਾਂ, ਇਹ ਤਿੰਨੇ ਫੋਰਸਸ ਬਰਾਬਰ ਆ। ਕਿਉਂ ਬਰਾਬਰ ਆ? ਆਪਾਂ ਇੱਥੇ ਡਿਫਾਈਨ ਕਰਦੇ ਹਾਂ FA FB FC। ਜੇ ਮੈਂ ਫੋਰਸ ਲਿਖਣੀ ਕੋਈ ਵੀ ਦੋ ਮਾਸਸ ਦੇ ਅੰਦਰ, ਇੱਕ ਸੋਰਸ ਇੱਕ ਟੈਸਟ, ਇੱਕ ਵਾਰੀ ਸੋਰਸ ਆ ਬਣਿਆ ਤੇ ਟੈਸਟ ਆ ਬਣਿਆ, ਦੂਜੀ ਵਾਰੀ ਸੋਰਸ ਆ ਬਣਿਆ ਤੇ ਟੈਸਟ ਆ ਬਣਿਆ, ਤੀਜੀ ਵਾਰੀ ਸੋਰਸ ਆ ਤੇ ਟੈਸਟ ਆ, यानी सोर्स ते टेस्ट में सारी थां ते सेम आ। यस सर। मतलब मैं पुत FA जे मैं FA बच्चे कली FA फोर्स लिखनी होवे ते मेरी फोर्स बन गई GM M0 ओवर OA स्क्वायर, इन्हें आऊगा ना? यस सर। यस सर। जे पुत मैं SH आ FB लिखनी होवे ये आजू GM M0 ओवर OB स्क्वायर, तीजी वाली OC। सेंट्रॉइड तो किसी भी वर्टेक्स का डिस्टेंस जेड़ा वो सारे पासे सेम आना। ਇਹਦਾ मतलब अपने इस केस ਦੇ ਅੰਦਰ ਜੇ ਆਪਾਂ ਲਿਖੀਏ here OA OB ਤੇ OC, ਇਹਨਾਂ ਤਿੰਨਾਂ ਦੀ ਲੈਂਥ ਸੇਮ ਆ ਤੇ ਇੱਕ ਸ਼ਾਰਟਕਟ ਇੱਥੇ ਦੱਸਣ ਲੱਗਿਆ ਵਾਂ। ਸ਼ਾਰਟਕਟ ਇਹ ਹੋਏਗਾ ਜੇ ਮੈਨੂੰ ਇਕੁਇਲੇਟਰਲ ਟ੍ਰਾਇੰਗਲ ਦੀ ਸਾਈਡ ਦੱਸੀ ਹੋਵੇ, ਜੇ ਮੈਨੂੰ ਇਕੁਇਲੇਟਰਲ ਟ੍ਰਾਇੰਗਲ ਦੀ ਸਾਈਡ ਦੱਸੀ ਹੋਵੇ ਤੇ ਸੈਂਟਰॉइड ਤੋਂ वर्टेक्स ਤੱਕ ਦਾ ਡਿਸਟੈਂਸ ਚਾਹੀਦਾ ਹੋਵੇ, ਇਹ ਤੁਸੀਂ ਸਾਈਡ ਦੀ ਫਾਰਮ ਚ ਡਾਇਰੈਕਟ ਲਿਖ ਸਕਦੇ। ਇਹਦੀ ਵੈਲਿਊ ਹੁੰਦੀ ਆ 1/√3 ਟਾਈਮਸ ਦਾ ਸਾਈਡ ਆਫ ਟ੍ਰਾਇੰਗਲ। ਇਹ ਵੈਲਿਊ ਸੋਲਵ ਹੋ ਸਕਦੀ ਆ, ਇਹਨੂੰ ਆਪਾਂ ਸੋਲਵ ਕਰਨਾ ਸੋਲਵ ਵੀ ਕਰ ਸਕਦੇ, ਪਰ ਆਪਾਂ ਇੱਥੇ ਡਾਇਰੈਕਟ ਲਿਖਦੇ ਪਏ, ਠੀਕ ਹੈ। OA ਦੀ ਲੈਂਥ OB ਤੇ OC ਦੀ ਲੈਂਥ 1/√3 ਟਾਈਮ ਦਾ ਸਾਈਡ ਆਫ ਟ੍ਰਾਇੰਗਲ ਆ। क्या इतनी गल समझ लगी? यस यस सर। यस सर। ये बोलते ज्योमेट्री का कांसेप्ट लगा के फिर ਅਸੀਂ ਸਾਈਡ ਕੱਢ ਸਕਦੇ ਹਾਂ, ठीक है। पर इस मोमेंट ਤੇ ਜੇ डायरेक्ट अप्लाई करिए ਤੇ ਆ ਮੇਰੀ ਲੈਂਥ OA OB OC सेम आ, ठीक है। जे आ ਤਿੰਨੇ डिस्टेंस सेम आ ਤੇ ਉੱਪਰੋਂ ਮਾਸਿਸ ਵੀ सेम ਆ ਤੇ ਫਿਰ FA FB FC ਵੀ ਸਾਰੀ ਥਾਂ ਤੇ सेम ਆ। ਜੇ FA FB FC ਤਿੰਨੋਂ सेम ਹੈਗੇ ਆ, ਤਿੰਨੋਂ ਦੀ ਤਿੰਨੇ ਵੈਲਿਊ सेम ਆ, ਹਨਾ। ਆਪਾਂ ਇਹ ਕਰੀਏ FB ਤੇ FC ਦੀ ਵੈਲਿਊ ਭਰਨ ਦੀ ਜਗ੍ਹਾ ਤੇ ਤੁਸੀਂ ਵੈਲਿਊ ਪਹਿਲਾਂ ਨਹੀਂ ਪੁੱਟ ਅਪ ਕਰੋਗੇ ਕਦੀ ਵੀ, कोशिश करो वेरिएबल ਦੀ ਫਾਰਮ ਚ ਨੂੰ ਸੋਲਵ ਕਰਦੇ ਚਲੋ। ਹੁਣ FB FC ਸੇਮ ਆ ਤੇ ਆਪਾਂ ਦੋਨਾਂ ਨੂੰ ਕਾਮਨ ਨਾਮ ਜਿਹੜਾ ਵਾ ਇਹਨੂੰ ਆਪਾਂ F ਡਿਫਾਈਨ ਕਰ ਦਿੰਦੇ। देयरफॉर ਆਪਣੇ ਕੋਲ ਜਿਹੜਾ F ਡੈਸ਼ ਹੋਏਗਾ ਉਹਦੀ ਵੈਲਿਊ ਭਰਨੀ ਸ਼ੁਰੂ ਕਰਾਂ, F ਸਕੁਅਰ ਪਲੱਸ F ਸਕੁਅਰ ਆਪਣਾ ਆ ਜਾਏਗਾ 2F ਸਕੁਅਰ प्लस ਇੱਥੇ ਲੈ ਕੇ ਚੱਲਾ 2F F ਯਾਨੀ 2F ਸਕੁਅਰ ਤੇ cos 120 ਡਿਗਰੀ ਦੀ ਵੈਲਿਊ -1/2 ਹੁੰਦੀ ਆ, ठीक है। ਇਹਨੂੰ ਸੋਲਵ ਕਰ ਲਓ, 2 ਨਾਲ 2 कैंसिल हो गया, 2F स्क्वायर चो अपना F स्क्वायर माइनस हो गया, ठीक है। ते इथे वैल्यू अपनी बच गई √F स्क्वायर, ठीक है जी। स्क्वायर ना आ कैंसिल, इसका मतलब मेरी वैल्यू F आ गई। क्या गल समझ आई? यस यस ਜਿਹੜੀ FB ਤੇ FC ਦਾ ਰਿਜ਼ਲਟੈਂਟ ਆਇਆ, FB ਤੇ FC ਦਾ ਰਿਜ਼ਲਟੈਂਟ ਜਿਹੜਾ F ਡੈਸ਼ ਆਇਆ ਉਹ F ਆ ਗਿਆ ਤੇ ਆਪਣੀ ਉਧਰੋਂ FA ਦੀ ਵੈਲਿਊ FB ਤੇ FC ਇਹ ਤਿੰਨੇ ਵੀ F ਦੇ ਬਰਾਬਰ ਹੀ ਸੀ, ठीक है। ਹੁਣ ਇੱਕ ਲਾਸਟ ਲਾਈਨ ਸਮਝਣ ਵਾਲੀ ਰਹਿ ਗਈ, ਆਪਾਂ ਦੋ ਦਾ ਰਿਜ਼ਲਟੈਂਟ ਕੱਢਿਆ FB ਤੇ FC ਦਾ ਜਿਹਦਾ ਨਾਮ F ਡੈਸ਼ ਸੀਗਾ, ਪਰ ਆਪਣੀ ਇੱਥੇ ਵੈਲਿਊ ਜਿਹੜੀ ਆਈ ਆ F ਡੈਸ਼ ਦੀ ਵੈਲਿਊ F ਆ ਗਈ। ਇਹਨਾਂ ਕਲੀਅਰ ਆ? यस सर। फोर्स ਕਿਹੜੀ ਹੈ ਜੀ? ਕੀ ਸਰ? ਆਪਾਂ FB ਤੇ FC ਦਾ ਰਿਜ਼ਲਟੈਂਟ ਕੱਢਿਆ ਨਾ, ਹਜੇ ਪੈਂਡਿੰਗ ਫੋਰਸ ਕਿਹੜੀ ਪਈ ਆ? FA ਦੀ ਵੈਲਿਊ ਦੇਖੋ FA ਤੇ F ਡੈਸ਼ ਜਿਹੜਾ ਕਹਿੰਦਾ ਜੀ ਬੋਥ ਆਰ ਇਨ ਆਪੋਜ਼ਿਟ ਡਾਇਰੈਕਸ਼ਨ, ਦੂਜੇ ਪਾਸੇ FA ਦੀ ਵੈਲਿਊ ਵੀ F ਆ, ਠੀਕ ਹੈ ਜੀ। F ਡੈਸ਼ ਦੀ ਵੈਲਿਊ ਵੀ F ਆਈ ਆ, ਇਹਦਾ ਮਤਲਬ FA ਤੇ F ਡੈਸ਼ ਬੋਥ ਆਰ ਇਕੁਅਲ ਐਂਡ ਆਪੋਜ਼ਿਟ। यस यस सर। यस सर। ਇਕੁਅਲ ਤੇ ਆਪੋਜ਼ਿਟ ਆ ਤੇ ਫਿਰ ਇਹਦੀ ਨੈਟ ਵੈਲਿਊ ਕੀ ਰਹਿ ਜੂ? 0 ਆਊਗੀ। ਇਹਦਾ ਮਤਲਬ ਜ਼ੀਰੋ ਆਪਾਂ ਇੱਥੇ ਡਿਫਾਈਨ ਕਰੀਏ ਨਾਓ F ਡੈਸ਼ ਐਂਡ FA both are equal and opposite, so resultant force ਜਿਹੜੀ ਮੇਰੀ रहेगी, so resultant force on, ठीक है जी, M0 ਆਪਾਂ M0 ਤੇ ਫੋਰਸ ਕੱਢੀ ਹੈ, so resultant force M0 is 0। क्या आ गल समझ आई?
Yes, sir. Yes, sir. ਅਸੀਂ ਉਹ ਪੁਆਇੰਟ ਤੇ ਹੁਣ ਗੱਲ ਬੇਟਾ ਮੈਂ ਜਨਰਲਾਈਜ਼ ਕਰਨ ਲੱਗਿਆ ਜੇ ਮੈਂ ਉਹ ਪੁਆਇੰਟ ਤੇ ਗ੍ਰੈਵਿਟੇਸ਼ਨ ਫੀਲਡ ਇੰਟੈਂਸਿਟੀ ਵੀ ਕੱਢਣੀ ਹੁੰਦੀ ਉਹ ਵੀ ਜ਼ੀਰੋ ਆ ਹੁਣ ਇੱਕ ਲਾਈਨ ਦਿਮਾਗ 'ਚ ਪੱਕੀ ਬਿਠਾ ਲਿਓ ਠੀਕ ਹੈ ਇਸ ਲਾਈਨ ਦੀ ਲੋੜ ਕਈ ਥਾਂ ਤੇ ਤੁਹਾਨੂੰ MCQ ਵੇਲੇ ਪੈ ਸਕਦੀ ਆ ਕੋਈ ਵੀ ਸਿਮੈਟ੍ਰੀਕਲ ਸ਼ੇਪ ਦੀ ਫਿਗਰ ਹੋਵੇ ਟ੍ਰਾਇੰਗਲ ਆ ਜੇ ਸਕੁਅਰ ਆ ਜੇ ਕੋਈ ਵੀ ਸਿਮੈਟ੍ਰੀਕਲ ਸ਼ੇਪ ਦੀ ਫਿਗਰ ਆ ਜੇ ਜੇ ਉਹਦੇ ਜਿਓਮੈਟ੍ਰੀਕਲ ਸੈਂਟਰ ਤੇ ਜੇ ਉਹਦੇ ਜਿਓਮੈਟ੍ਰੀਕਲ ਸੈਂਟਰ ਜਿੱਦਾਂ ਟ੍ਰਾਇੰਗਲ ਦਾ ਜਿਓਮੈਟ੍ਰੀਕਲ ਸੈਂਟਰ ਸੈਂਟਰੋਇਡ ਹੋ ਗਿਆ ਠੀਕ ਹੈ ਜੀ ਸਕੁਅਰ ਦਾ ਜਿਓਮੈਟ੍ਰੀਕਲ ਸੈਂਟਰ ਜਿੱਥੇ ਉਹਦੇ ਡਾਇਗੋਨਲ ਇੰਟਰਸੈਕਟ ਕਰੋਗੇ ਠੀਕ ਹੈ ਇਹਦੇ ਪੈਂਟਾਗਨ ਇਹਦੇ ਹੈਕਸਾਗਨ ਕੋਈ ਵੀ ਸਿਮੈਟ੍ਰੀਕਲ ਸ਼ੇਪ ਬਾਡੀ ਹੋਵੇ ਉਹਦੇ ਜਿਓਮੈਟ੍ਰੀਕਲ ਸੈਂਟਰ ਤੇ ਜੇ ਮੈਂ ਕੋਈ ਵੈਕਟਰ ਕੁਆਂਟੀਟੀ ਲੱਭਣੀ ਹੋਵੇ ਤੇ ਹਮੇਸ਼ਾ ਉਸ ਵੈਕਟਰ ਕੁਆਂਟੀਟੀ ਦੀ ਵੈਲਿਊ ਰਿਜ਼ਲਟੈਂਟ ਜਿਹੜੀ ਉਹ ਜ਼ੀਰੋ ਆਏਗੀ provided ਸਾਰੇ vertices ਦੇ ਉੱਤੇ ਮਾਸ ਦੀ ਡਿਸਟ੍ਰੀਬਿਊਸ਼ਨ ਯੂਨੀਫਾਰਮ ਹੋਵੇ ਜੇ ਸਾਰੇ ਮਾਸਿਸ ਮਿਕਸ ਸਾਰੇ vertex ਜਿੰਨੇ ਵੀ ਨੇ ਮੈਂ ਫਿਰ ਲਾਈਨ ਰਿਪੀਟ ਕਰ ਰਿਹਾ ਜਿੰਨੇ ਵੀ vertex ਨੇ ਜੇ ਉਹਨਾਂ ਤੇ ਮਾਸ ਯੂਨੀਫਾਰਮ ਡਿਸਟ੍ਰੀਬਿਊਟਡ ਹੈ ਉਦੋਂ ਆ ਕਨਸੈਪਟ ਜੇ ਇੱਥੇ ਵੀ ਮਾਸ m ਆ ਇੱਥੇ ਵੀ m ਆ ਤੇ ਬਾਕੀ ਤਾਂ ਤੇ ਵੀ m ਆ ਜੇ ਇੱਥੇ m ਉੱਥੇ m ਤੇ 2m 3m ਆ ਜੇ ਫੇਰ ਨਹੀਂ ਰਿਜ਼ਲਟ ਹੈਗਾ ਇਹ ਜਿਓਮੈਟ੍ਰੀਕਲ ਰਿਜ਼ਲਟ ਕਦੋਂ ਬਣੇਗਾ ਸਿਮੈਟ੍ਰੀਕਲ ਰਿਜ਼ਲਟ ਕੋਈ ਵੀ ਮੂਵਮੈਂਟ ਤੇ ਜੇ ਮਾਸ ਦੀ ਡਿਸਟ੍ਰੀਬਿਊਸ਼ਨ ਯੂਨੀਫਾਰਮ ਸਾਰੇ ਵਰਟੈਕਸ ਤੇ ਫਿਗਰ ਦੀ ਸ਼ੇਪ ਜੋ ਵੀ ਹੋਏਗੀ ਠੀਕ ਹੈ ਉਹਦੇ ਸਾਰੇ ਵਰਟੈਕਸ ਤੇ ਮਾਸ ਸੇਮ ਹੋਵੇ ਤੇ ਤੁਸੀਂ ਉਹਦੇ ਜਿਓਮੈਟ੍ਰੀਕਲ ਸੈਂਟਰ ਤੇ ਵੈਕਟਰ ਕੁਆਂਟੀਟੀ ਲੱਭਣੀ ਹੋਵੇ ਵੈਕਟਰ ਕੁਆਂਟੀਟੀ ਆਪਣੀਆਂ ਦੋ ਆ ਇਸ ਵੇਲੇ ਗ੍ਰੈਵਿਟੇਸ਼ਨ ਫੀਲਡ ਠੀਕ ਹੈ ਗ੍ਰੈਵਿਟੇਸ਼ਨ ਫੀਲਡ ਇੰਟੈਂਸਿਟੀ ਤੇ ਗ੍ਰੈਵਿਟੇਸ਼ਨ ਫੋਰਸ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਵੀ ਮੈਂ ਜਿਓਮੈਟ੍ਰੀਕਲ ਸੈਂਟਰ ਤੇ ਵੈਕਟਰ ਕੁਆਂਟੀਟੀ ਲੱਭਣੀ ਆ ਉਹਦੀ ਰਿਜ਼ਲਟੈਂਟ ਵੈਲਿਊ ਹਮੇਸ਼ਾ ਹੀ ਜ਼ੀਰੋ ਆਣੀ क्या इन्हीं गल समझ आई Yes, sir. Yes, sir. Yes, sir. Yes, sir. ਹੁਣ ਜੇ ਮੈਂ ਅਗਲਾ ਪਾਰਟ ਲਵਾਂ ਆਪਾਂ ਨਿਊਮੈਰੀਕਲ ਦੀ ਮੈਂ ਸਟੇਟਮੈਂਟ ਤੁਹਾਨੂੰ ਬਾਅਦ ਚ ਦਿਖਾ ਦੇਣਾ ਹੁਣ ਜੇ ਇਹਦੇ ਨਾਲ ਹੀ ਮੈਨੂੰ ਇਹ ਕਿਹਾ ਜਾਵੇ ਕੈਲਕੂਲੇਟ ਦਾ ਗ੍ਰੈਵਿਟੇਸ਼ਨ ਪੋਟੈਂਸ਼ੀਅਲ ਐਟ ਦਾ ਸੈਂਟਰ ਹੁਣ ਮੈਂ ਸੈਂਟਰ ਤੇ ਪੋਟੈਂਸ਼ੀਅਲ ਕੱਢਣਾ ਵਾ ਉਹਦਾ ਮਤਲਬ ਤੇ ਉਹਨੂੰ ਆਪਾਂ ਸੋਲਵ ਕਿਹੜੇ ਬਿਨਾ ਕਰਨਾ ਸਮਝਿਓ फिगर यही है बेटा फिगर यही रहनी फिगर च कोई चेंज नहीं सिर्फ वर्ड ध्यान है कि समझ लियो मैंने ने कहा जी कैलकुलेट द ग्रेविटेशन पोटेंशियल एट द सेंट्रॉइड ऑफ द ट्रायंगल दे सेंट्रॉइड दे उत्ते कहंदा जी तुसी एस सच जेड़ा वा ओ पोटेंशियल कढो जी पोटेंशियल केडी नेचर दी क्वांटिटी है स्केलर है ना और पोटेंशियल दी डेफिनेशन की अमाउंट ऑफ वर्क डन in bringing a body of unit mass from infinity to the given point ਇਹਦਾ ਮਤਲਬ ਜਦੋਂ ਵੀ ਮੈਨੂੰ ਪੋਟੈਂਸ਼ੀਅਲ ਕੱਢਣ ਨੂੰ ਕਹੇਗਾ ਤਾਂ ਉਹਦਾ ਮਤਲਬ ਇਹ ਹੈ ਕਿ ਤੁਸੀਂ ਇਨਫਿਨਿਟੀ ਤੋਂ ਇੱਕ ਮਾਸ ਚੁੱਕ ਕੇ ਲੈ ਕੇ ਆ ਰਹੇ ਹੋ ਠੀਕ ਹੈ ਉਸ ਗਿਵਨ ਪੁਆਇੰਟ ਤੇ ਇਸ ਵੇਲੇ ਗਿਵਨ ਪੁਆਇੰਟ ਆ O ਵਾਲਾ ਵਾ ਜਦੋਂ ਮੈਂ ਇੱਥੇ ਇਨਫਿਨਿਟੀ ਤੋਂ ਮਾਸ ਲੈ ਕੇ ਆਇਆ ਹੈ ਨਾ ਜਦੋਂ ਇਨਫਿਨਿਟੀ ਤੋਂ ਮੈਂ m0 ਮਾਸ ਲੈ ਕੇ ਆਇਆ ਤੇ ਕੀ ਹੋਏਗਾ ਜੀ ਇਸ ਮਾਸ ਨੇ ਵੀ ਇਸ ਮਾਸ ਨੇ ਵੀ ਇਸ ਮਾਸ ਨੇ ਵੀ ਇਹਨੂੰ ਆਪਣੇ ਵੱਲ ਅਟਰੈਕਟ ਕਰਨਾ Yes, sir. Yes, sir. Yes. ਫਿਰ ਹਰ ਮਾਸ ਨੇ ਉਹਨੂੰ ਆਪਣੇ ਵੱਲ ਅਟਰੈਕਟ ਕਰਨ ਲਈ ਜਿਹੜਾ ਵਰਕ ਕਰਨਾ ਵਾ ਉਸ ਵਰਕ ਦਾ ਨਾਮ ਪੋਟੈਂਸ਼ੀਅਲ ਹੁਣ ਜੇ ਮੈਂ ਇੱਥੇ ਪੋਟੈਂਸ਼ੀਅਲ ਕੱਢਣਾ ਤੇ ਅਸੀਂ ਇਹ ਕੱਢਣਾ ਵਾ ਕਿ A ਪੁਆਇੰਟ ਤੇ ਜਿਹੜਾ ਮੇਰੇ ਕੋਲ ਐਸ ਚ ਚਾਰਜ ਹੈਗਾ ਆ ਐਰੋ ਜਿਹੜਾ ਪਾਇਆ ਇਹ ਨਹੀਂ ਪੈਣਾ ਹੁਣ ਕਿਉਂਕਿ ਐਰੋ ਦੱਸਦਾ ਡਾਇਰੈਕਸ਼ਨ ਕਿ ਮੈਨੇ ਆਪਣੇ ਵੱਲ ਖਿੱਚਣਾ ਵਾ Scalar. ਇਸ ਮੂਵਮੈਂਟ ਤੇ ਅਸੀਂ ਸਕੇਲਰ ਕੁਆਂਟੀਟੀ ਇਸ ਲਈ ਐਰੋ ਨਹੀਂ ਪਾਵਾਂਗੇ ਕੀ ਗੱਲ ਸਮਝ ਆਈ Yes, sir. Yes. ਇਸ ਮੂਵਮੈਂਟ ਕਹਿ ਰਹੇ ਕਿ ਇਹਨਾਂ ਸਾਰੇ ਵਰਟੈਕਸ ਤੋਂ ਜਦੋਂ ਮੈਂ ਇੱਥੇ ਇੱਕ ਮਾਸ ਲੈ ਕੇ ਆਣਾ ਇਸ B ਮਾਸ ਨੇ C ਨੇ ਤੇ A ਨੇ ਉਹਨੂੰ ਖਿੱਚਣ ਲਈ ਕਿੰਨਾ ਵਰਕ ਕੀਤਾ ਤੇ ਬੱਚੇ ਜੇ ਮੈਂ ਪੋਟੈਂਸ਼ੀਅਲ ਕੱਢਣਾ ਇਸ O ਪੁਆਇੰਟ ਤੇ ਠੀਕ ਹੈ ਤੇ V ਰਾਈਟ ਇਟ ਇਜ਼ ਦਾ ਸਮ ਟੋਟਲ ਆਫ ਪੋਟੈਂਸ਼ੀਅਲ ਡਿਊ ਟੂ A ਮਾਸ ਠੀਕ ਹੈ ਜੀ ਪੋਟੈਂਸ਼ੀਅਲ ਡਿਊ ਟੂ B ਮਾਸ ਐਂਡ ਪੋਟੈਂਸ਼ੀਅਲ ਡਿਊ ਟੂ C ਮਾਸ ਤਿੰਨਾਂ ਮਾਸਿਸ ਦਾ ਜਿੰਨਾ ਪੋਟੈਂਸ਼ੀਅਲ ਹੋਏਗਾ ਉਹਨਾਂ ਸਾਰੇ ਪੋਟੈਂਸ਼ੀਅਲਸ ਨੂੰ ਐਡ ਕਰ ਦਿਓ ਤੁਹਾਡਾ ਟੋਟਲ ਪੋਟੈਂਸ਼ੀਅਲ ਆਊ ਇਹ ਚ ਵੀ ਅਸੀਂ ਐਡ ਹੀ ਕੀਤਾ ਸੀ ਇੱਥੇ ਜੇ ਮੈਂ ਫੋਰਸ ਕੱਢਣੀ ਸੀ ਆਪਾਂ ਲਿਖਿਆ ਜੀ FA FB FC ਪਰ ਆ ਇਦਾਂ ਲਿਖੇ ਦਾ ਤੇ ਇਦਾਂ ਲਿਖੇ ਦਾ ਬਹੁਤ ਫਰਕ ਆ ਇੱਥੇ ਤੁਹਾਡੇ ਜਿੰਨੀ ਵੈਲਿਊ ਤੁਹਾਡੀ ਪੋਟੈਂਸ਼ੀਅਲ ਦੀ ਹੋਏਗੀ ਉਹ ਸਿੰਪਲ ਐਡ ਕਰਕੇ ਬਣੇਗੀ ਇੱਥੇ ਮੈਂ ਸਿੰਪਲ ਐਡ ਨਹੀਂ ਕੀਤਾ ਮੈਨੂੰ ਪਹਿਲਾਂ ਵੈਕਟਰਾਂ ਦੀਆਂ ਤਿੰਨਾਂ ਦੀਆਂ ਡਾਇਰੈਕਸ਼ਨ ਚਾਹੀਦੀਆਂ ਸੀ ਫਿਰ ਅਸੀਂ ਰਿਜ਼ਲਟ ਕੱਢਿਆ ਆ ਦੋਨਾਂ ਦਾ ਡਿਫਰੈਂਸ ਕਲੀਅਰ ਆ Yes, sir.
Yes, Yes, sir. sir. इस क्वेश्चन च चलिए ਇਹਦਾ ਮਤਲਬ ਮੈਨੂੰ A ਪੁਆਇੰਟ ਦਾ ਇੱਥੇ ਕਿੰਨਾ ਪੋਟੈਂਸ਼ੀਅਲ ਆ, B ਦਾ ਕਿੰਨਾ ਤੇ C ਦਾ ਕਿੰਨਾ। ਤੇ ਬੇਟੇ ਪੋਟੈਂਸ਼ੀਅਲ ਦਾ ਫਾਰਮੂਲਾ ਹਜੇ ਮੈਂ ਸੇਮ ਇਦੋਂ ਡਾਇਰੈਕਟ ਲਿਖਣ ਲੱਗਿਆ ਜਿਹਦੀ ਡੈਰੀਵੇਸ਼ਨ ਆਪਾਂ ਪੈਂਡਿੰਗ ਆ ਆਪਣੀ, ਠੀਕ ਹੈ। We know that potential ਦਾ ਫਾਰਮੂਲਾ ਹੁੰਦਾ -gm/r। m ਹੋਏਗਾ ਮੇਰਾ ਸੋਰਸ ਮਾਸ, r ਮੇਰਾ ਹੋਏਗਾ ਸੋਰਸ ਮਾਸ ਤੇ ਟੈਸਟ ਮਾਸ ਦੇ ਵਿਚਲਾ ਡਿਸਟੈਂਸ, ਠੀਕ ਹੈ ਜੀ। ਜੇ ਹੁਣ ਮੈਂ ਇਸ ਵੇਲੇ ਚੱਲਾਂ, ਸੋਰਸ ਮਾਸ ਸਾਰੇ ਪਾਸੇ ਸੇਮ ਪਏ ਨੇ, ਠੀਕ ਹੈ, ਤੇ ਡਿਸਟੈਂਸ ਸੋਰਸ ਮਾਸ ਤੇ ਟੈਸਟ ਮਾਸ ਦਾ ਸਾਰੇ ਪਾਸਿਓਂ ਸੇਮ ਆ, यानी अपने इस केस के अंदर ਆਪਾਂ r ਜਿਹਨੂੰ ਕਹਿੰਦੇ ਪਏ ਆ ਹਨਾ, ਉਹ ਮੇਰੇ ਕੋਲ ਆ ਜਾਏਗਾ OA equal to OB equal to OC। ਪਰ ਇਹਦੀ ਵੈਲਿਊ ਅਸੀਂ ਹੁਣੀ ਲਿਖ ਕੇ ਹਟੇ ਸੀਗੇ, ਇਟ ਇਜ਼ ਇਕੁਅਲ ਟੂ 1/√3 ਟਾਈਮ ਦਾ ਸਾਈਡ ਆਫ ਕਹਿੰਦਾ ਜੀ ਟ੍ਰਾਇੰਗਲ। ਕਲੀਅਰ ਆ? r ਅਸੀਂ ਇਹਨੂੰ ਕਹਿੰਦੇ ਬੇਟਾ, r को तो मेरा सर रिपीट करिए पूरी। बच्चे r मेरा किसी भी वर्टेक्स ਤੋਂ ਸੈਂਟਰ ਤੱਕ ਦਾ ਡਿਸਟੈਂਸ ਆ, ਤੇ ਆ ਡਿਸਟੈਂਸ ਮੈਨੂੰ ਜਦੋਂ ਵੀ ਕੈਲਕੂਲੇਟ ਕਰਨਾ ਪਏਗਾ, ਇਹਦੇ ਲਈ ਮੈਨੂੰ ਉਹਨੇ ਟ੍ਰਾਇੰਗਲ ਦੀ ਸਾਈਡ ਦੱਸੀ ਹੋਈ ਆ, ਤੇ ਸਾਈਡ ਦੀ ਫਾਰਮ ਚ ਆ ਡਿਸਟੈਂਸ ਮੈਂ ਲਿਖਣਾ, ਤੇ ਇਹਦਾ ਮੈਂ ਫਾਰਮੂਲਾ ਬੋਲਿਆ 1/√3 ਟਾਈਮ ਦਾ ਸਾਈਡ ਆਫ ਟ੍ਰਾਇੰਗਲ ਹੁੰਦਾ। ਕਲੀਅਰ ਆ? यस सर। ਠੀਕ ਹੈ ਜੀ। ਇਹਦਾ ਮਤਲਬ r ਸਾਰੇ ਪਾਸਿਓਂ ਸੇਮ ਆ, ਸੋਰਸ ਮਾਸਿਸ ਸਾਰੀ ਥਾਂ ਤੇ ਸੇਮ ਆ, ਤੇ देयरफॉर ਜਿਹੜਾ ਪੋਟੈਂਸ਼ੀਅਲ A ਮਾਸ ਦਾ ਹੋਏਗਾ, ਜਿਹੜਾ B ਦਾ ਹੋਏਗਾ ਤੇ ਜਿਹੜਾ C ਦਾ ਹੋਏਗਾ, ਕਿੰਨਾ ਦੇ ਸੇਮ ਪੋਟੈਂਸ਼ੀਅਲ ਹੋ? Yes, sir. ਇਹਨਾਂ ਦੇ ਪੋਟੈਂਸ਼ੀਅਲ Yes, sir. V ਦੇ ਦਿੰਦੇ, ਤੇ देयरफॉर ਜਿਹੜਾ ਫਿਰ O ਪੁਆਇੰਟ ਤੇ ਪੋਟੈਂਸ਼ੀਅਲ ਆਏਗਾ ਉਹ ਕੀ ਆ ਗਿਆ ਜੀ, V + B + B। ਇਹਦੇ ਨਾਲ 3 ਟਾਈਮਸ ਦਾ ਪੋਟੈਂਸ਼ੀਅਲ ਮੇਰੇ ਕੋਲ ਆ ਡਿਫਾਈਨ ਕਰ ਦੋ, ਤੇ V ਦੀ ਵੈਲਿਊ ਅਸੀਂ ਜਿਹੜੀ ਇਸ ਫਾਰਮੂਲੇ ਨਾਲ ਡਿਫਾਈਨ ਕਰ ਦਿੰਦੇ ਹਾਂ 3 × -gm/r। r ਦੀ ਥਾਂ ਤੇ ਵੈਲਿਊ ਭਰ ਦੋ, a / r ਦੀ ਥਾਂ ਤੇ ਵੈਲਿਊ ਭਰ ਦਈਏ a/√3। ਆ √3 ਉੱਪਰ ਚੱਲ ਜਾਓ, Yes, sir. ਇਹਦੇ ਨਾਲ v ਕਿੰਨਾ ਆ ਗਿਆ ਜੀ, ਆ √3 ਉੱਪਰ ਲੈ ਜਾਓ -3√3 ਟਾਈਮਸ ਦਾ gm/a। ਆ ਮੇਰਾ ਐਸਐਚ ਸੈਂਟਰੋਇਡ ਦੇ ਉੱਤੇ ਕਿੰਨਾ ਜੀ ਪੋਟੈਂਸ਼ੀਅਲ ਆ। ਹੁਣ ਪੋਟੈਂਸ਼ੀਅਲ ਕੱਢਣ ਲੱਗੇ ਸੀ ਕੀ ਕੀਤਾ, ਇੱਕ ਦਾ ਪੋਟੈਂਸ਼ੀਅਲ ਕੱਢਿਆ, ਜੇ ਸਾਰੇ ਪਾਸੇ ਦੇ ਪੋਟੈਂਸ਼ੀਅਲ ਬਰਾਬਰ ਆ ਉਹ ਤਿੰਨੇ ਦੇ ਤਿੰਨੇ ਸਿੰਪਲ ਐਡ ਹੋ ਗਏ, ਕਿਉਂਕਿ ਪੋਟੈਂਸ਼ੀਅਲ ਸਕੇਲਰ ਆ, ਡਾਇਰੈਕਸ਼ਨ ਦਾ ਆਣਾ ਹੀ ਕੁਛ ਨਹੀਂ, ਇਸ ਲਈ ਸਿੰਪਲ ਤਿੰਨਾਂ ਦੇ ਪੋਟੈਂਸ਼ੀਅਲ ਐਡ ਕਰਕੇ ਟੋਟਲ ਪੋਟੈਂਸ਼ੀਅਲ ਕੱਢ ਦਿਓ। ਜਦ ਕਿ ਜੇ ਵੈਕਟਰ ਕੁਆਂਟੀਟੀ ਲੱਭਣੀ ਆ ਤੇ ਤੁਹਾਨੂੰ ਵੈਕਟਰ ਕੁਆਂਟੀਟੀ ਵਾਸਤੇ ਐਸਐਚ ਵੈਕਟਰ ਅਲਜਬਰਾ ਯੂਜ਼ ਕਰਨਾ ਪਏਗਾ। ਕੀ ਗੱਲ ਸਮਝ ਆਈ? Sir.